ਹੈਲੋ ਬੇਟਾ, ਅੱਜ ਦੇ ਅਸੀਂ ਜਿਹੜਾ ਹੈ ਵੀਡੀਓ ਦੇ ਵਿੱਚ ਗੱਲ ਕਰਾਂਗੇ ਕਿ ਐਂਟੀ ਰੈਗਿੰਗ ਫਾਰਮ ਭਰਨਾ ਐਫੀਲੀਏਟਡ ਕਾਲਜਿਸ ਦੇ ਸਟੂਡੈਂਟਸ ਲਈ ਜ਼ਰੂਰੀ ਕਿਉਂ ਹੈ। ਰੈਗਿੰਗ ਹੈ ਕਿ ਰੈਗਿੰਗ ਅਫੈਂਸ ਹੈ ਕਿ ਨਹੀਂ ਹੈ, ਕਿਹੜੀਆਂ ਗਾਈਡਲਾਈਨਸ ਦੇ ਅਕੋਰਡਿੰਗ ਜਿਹੜਾ ਹੈ ਰੈਗਿੰਗ ਨੂੰ ਰੋਕਿਆ ਜਾ ਸਕਦਾ। ਔਰ UGC ਦੁਆਰਾ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ ਦੁਆਰਾ ਇੱਕ ਟੋਲ ਫ੍ਰੀ ਹੈਲਪਲਾਈਨ ਨੰਬਰ ਬਣਾਇਆ ਗਿਆ ਹੈ, ਇਸਟੈਬਲਿਸ਼ ਕੀਤਾ ਗਿਆ ਹੈ 12 ਲੈਂਗੁਏਜ ਵਿੱਚ। ਉਹਦੀ ਗੱਲ ਕਰਾਂਗੇ। ਉਹ ਟੋਲ ਫ੍ਰੀ ਵਿਕਟਮ ਜਿਹੜੇ ਰੈਗਿੰਗ ਦੇ ਆ ਉਹ ਯੂਟੀਲਾਈਜ਼ ਕਰ ਸਕਦੇ ਆ, ਅਵੋਇਡ ਕਰ ਸਕਦੇ ਆਪਾਂ ਰੈਗਿੰਗ ਨੂੰ ਵੀ। ਔਰ ਇਸ ਤੋਂ ਇਲਾਵਾ ਹੁਣ ਮੈਂਡੇਟਰੀ ਹੋ ਗਿਆ, ਜ਼ਰੂਰੀ ਹੋ ਗਿਆ ਹਰ ਦੇਸ਼ ਦੇ ਇੰਡੀਆ ਦੇ ਭਾਰਤ ਦੇ ਹਰ ਸਟੇਟ ਦੇ ਯੂਨੀਵਰਸਿਟੀਜ਼ ਲਈ, ਉਹ ਕੰਸਟੀਟਿਊਟਡ ਕਾਲਜਿਸ ਲਈ, ਐਫੀਲੀਏਟਡ ਕਾਲਜਿਸ ਲਈ, ਯੂਨੀਵਰਸਿਟੀਜ਼ ਨਾਲ ਰਿਲੇਟਡ ਉਹਨਾਂ ਦੇ ਕੈਂਪਸ ਵਿੱਚ ਰੈਗਿੰਗ ਨਾ ਹੋ ਸਕੇ, ਉਹਨੂੰ ਰੋਕਿਆ ਕਿਵੇਂ ਜਾਵੇ। ਅਤੇ ਉਹਦੇ ਲਈ UGC ਨੇ ਇੱਕ ਪੋਰਟਲ, ਐਂਟੀ ਰੈਗਿੰਗ ਪੋਰਟਲ ਬਣਾਇਆ ਹੈ। ਉਸ ਪੋਰਟਲ 'ਤੇ ਜਾ ਕੇ ਹਰ ਬੱਚੇ ਦਾ, ਹਰ ਕਲਾਸ ਵਿੱਚ, ਉਹ ਜਦੋਂ ਨਵੀਂ ਕਲਾਸ 'ਚ ਜਾਏਗਾ, ਸਪੋਜ਼ BA SEM 1 SEM 2 ਕਰਨ ਤੋਂ ਬਾਅਦ ਉਹ BA 3 ਦੇ ਵਿੱਚ ਜਾਂਦਾ, ਤਾਂ ਉਹ ਜਦ ਜਾਂਦੀ ਹੈ ਲੜਕੀ ਵਿਦਿਆਰਥਣ, ਤਾਂ ਉਹਨਾਂ ਲਈ ਮੈਂਡੇਟਰੀ ਹੈ, ਬਹੁਤ ਜ਼ਰੂਰੀ ਹੈ ਇਹ ਜਿਹੜਾ ਹੈ ਹਲਫੀਆ ਬਿਆਨ ਦੇਣਾ, ਐਫੀਡੇਵਿਟ ਐਂਟੀ ਰੈਗਿੰਗ ਦਾ ਭਰਨਾ। ਔਰ ਉਹਨਾਂ ਦੇ ਪੇਰੈਂਟਸ ਦੁਆਰਾ ਵੀ, ਗਾਰਡੀਅਨ ਦੁਆਰਾ ਵੀ ਭਰਨਾ ਜ਼ਰੂਰੀ ਹੈ, ਹਲਫੀਆ ਬਿਆਨ ਦੇਣਾ ਜ਼ਰੂਰੀ ਹੈ। ਐਟ ਦਾ ਟਾਈਮ ਆਫ ਐਡਮਿਸ਼ਨ ਉਹ ਆਪਣਾ ਅੰਡਰਟੇਕਿੰਗ ਜਿਹੜੀ ਹੈ, ਹਲਫੀਆ ਬਿਆਨ ਜਿਹੜੇ ਆ ਉਹਦਾ ਪ੍ਰਿੰਟ ਆਊਟ ਪਹਿਲਾਂ ਤਾਂ ਉਹ UGC ਦੀ ਸਾਈਟ ਮੈਂ ਦੱਸਾਂਗੀ, ਉਹਦੇ 'ਤੇ ਜਾ ਕੇ ਬੱਚਾ ਆਪਣੇ ਪੇਰੈਂਟਸ ਬਾਰੇ, ਆਪਣੇ ਗਾਰਡੀਅਨ ਬਾਰੇ ਵੀ ਭਰੇਗਾ ਡਿਟੇਲ, ਔਰ ਆਪਣੀ ਵੀ ਡਿਟੇਲ ਭਰੇਗਾ। ਫਿਰ ਉਸ ਨੂੰ ਮਤਲਬ ਉਹ ਸਬਮਿਟ ਕਰਨ ਤੋਂ ਬਾਅਦ ਡਾਊਨਲੋਡ ਕਰੇਗਾ, ਪ੍ਰਿੰਟ ਆਊਟ ਕੱਢੇਗਾ। ਪ੍ਰਿੰਟ ਆਊਟ ਕੱਢਣ ਤੋਂ ਬਾਅਦ ਉਹ ਜਿਹੜਾ ਹੈ ਆਪਣੇ ਸਾਈਨ ਕਰੇਗਾ, ਆਪਣੇ ਗਾਰਡੀਅਨ ਦੇ ਸਾਈਨ ਕਰਕੇ ਉਹ ਅੰਡਰਟੇਕਿੰਗ, ਉਹ ਹਲਫੀਆ ਬਿਆਨ ਐਂਟੀ ਰੈਗਿੰਗ ਦੇ ਸੰਬੰਧ ਵਿੱਚ ਉਹ ਆਪਣੇ ਜਿਸ ਵੀ ਕਾਲਜ, ਕੰਸਟੀਟਿਊਟਡ ਕਾਲਜ ਜਾਂ ਐਫੀਲੀਏਟਡ ਕਾਲਜ ਐਡਮਿਸ਼ਨ ਦੇ ਦੌਰਾਨ ਉਹ ਜਮ੍ਹਾਂ ਕਰਵਾਏਗਾ ਔਰ ਕਰਵਾਏਗੀ। ਇਹ ਬਹੁਤ ਜ਼ਰੂਰੀ ਹੈ। ਸੋ ਰੈਗਿੰਗ, ਸੇ ਨੋ ਟੂ ਰੈਗਿੰਗ। ਸੋ ਰੈਗਿੰਗ ਜਿਹੜਾ ਹੈ ਉਹ ਇੱਕ ਕ੍ਰਿਮੀਨਲ ਅਫੈਂਸ ਹੈ, ਅਪਰਾਧ ਹੈ, ਜੁਰਮ ਹੈ। ਸੋ ਸੇ ਡੋਂਟ ਰੈਗ, ਆਲਸੋ ਡੋਂਟ ਬੀ ਅ ਮਿਊਟ ਵਿਟਨੈਸ ਟੂ ਰੈਗਿੰਗ। ਜਦੋਂ ਰੈਗਿੰਗ ਹੋ ਰਹੀ ਹੋਵੇ ਤਾਂ ਮੂਕ ਦਰਸ਼ਕ ਵੀ ਬਣੇ ਨਹੀਂ ਰਹਿਣਾ। ਤਾਂ ਐਂਟੀ ਰੈਗਿੰਗ ਦੇ ਲਈ ਤੁਸੀਂ ਔਰ ਸਟੂਡੈਂਟ ਦੀ ਸੇਫਟੀ ਲਈ ਹੈਲਪਲਾਈਨ ਨੰਬਰ ਯੂਜ਼ ਕਰਨਾ, ਟੋਲ ਫ੍ਰੀ, ਜਿਹੜਾ ਕਿ UGC ਨੇ ਐਸਟੈਬਲਿਸ਼ ਕੀਤਾ ਹੈ, ਦੈਟ ਇਜ਼ 1800-180-5522। ਸੋ ਵਟ ਡੂ ਯੂ ਮੀਨ ਬਾਏ ਰੈਗਿੰਗ? ਕਦੋਂ ਤੁਸੀਂ ਕਹੋਗੇ ਕਿ ਰੈਗਿੰਗ ਹੋ ਰਹੀ ਹੈ ਬੇਟੇ? ਰੈਗਿੰਗ ਕਦੋਂ ਕਹਾਂਗੇ ਆਪਾਂ ਕਿ ਰੈਗਿੰਗ ਹੋ ਰਹੀ ਆ? ਰੈਗਿੰਗ ਜਦੋਂ ਕੋਈ ਵੀ ਡਿਸਆਰਡਰਲੀ ਕੰਡਕਟ ਹੋਊਗਾ, ਕੋਈ ਵੀ ਬਿਹੇਵੀਅਰ, ਕੋਈ ਵਰਡਸ ਦੇ ਵਿੱਚ, ਸ਼ਬਦਾਂ ਦੇ ਵਿੱਚ ਜਾਂ ਰਾਈਟਿੰਗ ਦੇ ਵਿੱਚ, ਜਾਂ ਟੀਜ਼ ਕੀਤਾ ਜਾਂਦਾ ਤੁਹਾਡੇ ਸੀਨੀਅਰਸ ਦੁਆਰਾ, ਨਵੇਂ ਵਿਦਿਆਰਥੀਆਂ ਨੂੰ ਟਰੀਟ ਕੀਤਾ ਜਾਂਦਾ, ਮਿਸਹੈਂਡਲ ਕੀਤਾ ਜਾਂਦਾ, ਤਾਂ ਉਹਦੇ ਨਾਲ ਉਸ ਬੱਚੇ ਦੇ ਰਾਊਡੀ ਬਿਹੇਵੀਅਰ ਦਿਖਾਇਆ ਜਾਂਦਾ ਸੀਨੀਅਰਸ ਦੁਆਰਾ, ਤਾਂ ਉਸ ਬੱਚੇ 'ਤੇ, ਨਵੇਂ ਬੱਚੇ 'ਤੇ ਉਹਨੂੰ ਚਿੜਚਿੜਾਪਨ ਆਉਂਦਾ ਅਤੇ ਉਹਦੇ ਸਾਈਕੋਲੋਜੀਕਲੀ ਉਹਨੂੰ ਹਾਰਮ ਹੁੰਦਾ, ਉਹਦੇ 'ਚ ਡਰ ਪੈਦਾ ਹੁੰਦਾ ਕਿ ਮੈਂ ਕਾਲਜ ਨਹੀਂ ਜਾਣਾ, ਮੈਂ ਅੱਗੇ ਫਰਦਰ ਸਟੱਡੀ ਨਹੀਂ ਕਰਨੀ। ਸੋ ਰੈਗਿੰਗ ਜਿਹੜੀ ਆ ਉਹਨੂੰ ਜਿਹੜਾ ਕੰਸੀਡਰ ਕੀਤਾ ਗਿਆ ਕਿ ਇਹ ਵਾਇਲੇਸ਼ਨ ਆਫ ਹਿਊਮਨ ਰਾਈਟਸ ਆ, ਮਨੁੱਖੀ ਅਧਿਕਾਰਾਂ ਦਾ ਇਹ ਖਨਨ ਆ। ਸੋ ਇਹਨੂੰ ਅਫੀਸ਼ਲੀ ਇੱਕ ਕ੍ਰਾਈਮ ਕਿਹਾ ਗਿਆ ਰੈਗਿੰਗ ਨੂੰ। ਸੋ ਇਹ ਬੈਨ ਕੀਤੀ ਗਈ ਆ, ਇਹਨੂੰ ਬੈਨ ਕੀਤਾ ਗਿਆ ਗਵਰਨਮੈਂਟ ਆਫ ਇੰਡੀਆ ਦੁਆਰਾ। ਰੈਗਿੰਗ ਕਿਉਂਕਿ ਕ੍ਰਿਮੀਨਲ ਅਫੈਂਸ ਆ ਐਜ਼ ਪਰ ਦ ਆਨਰੇਬਲ ਸੁਪਰੀਮ ਕੋਰਟ ਵਰਡਿਕਟ। ਸੋ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਿਹਾ ਕਿ ਇਹ ਅਫੈਂਸ ਆ, ਕ੍ਰਾਈਮ ਆ ਰੈਗਿੰਗ। ਸੋ ਰੈਗਿੰਗ ਜਿਹੜਾ ਆ is an offence under penal code and under section 116 of the Karnataka Education Act. Now ਐਪੈਕਸ ਬਾਡੀ ਹੈ, ਸਭ ਤੋਂ ਬੜੀ, ਸਭ ਤੋਂ ਉੱਚ ਬਾਡੀ ਹੈ ਹਾਇਰ ਐਜੂਕੇਸ਼ਨ ਦੀ UGC ਦੈਟ ਇਜ਼ ਯੂਨੀਵਰਸਿਟੀ ਗ੍ਰਾਂਟ ਕਮਿਸ਼ਨ। ਤਾਂ ਉਹਨਾਂ ਨੇ ਇੱਕ ਐਂਟੀ ਰੈਗਿੰਗ ਜਿਹੜਾ ਹੈ ਟੋਲ ਫ੍ਰੀ ਹੈਲਪਲਾਈਨ ਨੰਬਰ
1800180552 एस्टैबलिश किया है इन 12 लैंग्वेजेस फॉर हैल्पिंग विक्टम्स ऑफ रैगिंग। सो ये तुसी ध्यान रखना, याद रखना है 1800-180-55 टोल फ्री एंटी रैगिंग हेल्पलाइन नंबर। UGC ने डिवेल्प किया है एक एंटी रैगिंग वैबसाइट, दैट इज़ www.antiragging.in। नाउ बेटे की इज़ एन एंटी रैगिंग एफिडेविट नेसेसरी? यस, ये सारे लिए जरूरी है। एंटी रैगिंग एफिडेविट हल्फनामा देना मैंडेटरी है फॉर ईच एंड एवरी स्टूडेंट विच ज्वाइन एनी कॉलेज इन एफिलिएटेड कॉलेज, कंस्टिट्यूटेड कॉलेज, यूनिवर्सिटी इन द कंट्री, in our country. So it has been made mandatory by the AICTE and by Honorable Supreme Court that each and every student is to provide an affidavit, even their parents, each student and his or her parents or guardian also to provide an affidavit for anti-ragging। ठीक है जी। व्हाट इज़ एंटी रैगिंग फॉर्म? सो एंटी रैगिंग फॉर्म है कि एंटी रैगिंग एफिडेविट फॉर्म की है, इट इज़ एन अंडरटेकिंग, हल्फिया बयान देना है बाय द स्टूडेंट, इट इज़ द अंडरटेकिंग बाय द स्टूडेंट एंड इत्थे मैंशन करना जरूरी है पेरेंट्स और गार्डियन, वेयर इन स्टूडेंट एग्री, जिथे कि स्टूडेंट कहेगा कि हाँ यस करेगा कि जोड़ा यूनिवर्सिटी ग्रांट कमीशन द्वारा डायरैक्शन दिशा निर्देश दिते गए ने अगेंस्ट रैगिंग, उन्होंने मन्नेगा, उन्होंने अप्लाई करेगा और प्रॉमिस करेगा और करेगी विद्यार्थन की वो रैगिंग तो तौबा करेंगे। क्लीयर है बेटे? हुण आपां आवांगे बेटे किद्दां फिल करना आ, ये भरना जरूरी है। हुण जिद्दां हुण 2022 दे विच जिहड़े बच्चे जिस भी कॉलेज विच जा रहे हैं, जिस भी कॉलेज नाल यूनिवर्सिटी नाल एफिलिएटेड आ, तो ये एंटी रैगिंग एफिडेविट भरनगे ही भरनगे, उहदे अपने पेरेंट्स वालों भी, गार्डियन वालों भी और आप भी फिल करके उन्होंने डाउनलोड करन तो बाद जिहड़ा है वो सबमिट कराओगे ड्यूरिंग एट द टाइम ऑफ एडमिशन फॉर्म, और जो सबमिट करोगे अपने रिस्पैक्टिव कॉलेज दे विच, ਤਾਂ ਉਹਦੇ ਲਈ ਹੁਣ ਆਪਾਂ ਅੱਗੇ ਚੱਲਦੇ ਹਾਂ ਕਿਵੇਂ ਅਸੀਂ ਇਹ ਐਂਟੀ ਰੈਗਿੰਗ ਐਫੀਡੇਵਿਟ ਭਰਨਾ ਹੈ। ਹੁਣ ਆਪਾਂ ਚੱਲਾਂਗੇ ਬੇਟਾ ਗੂਗਲ ਬਰਾਊਜ਼ਰ 'ਤੇ। ਗੂਗਲ ਬਰਾਊਜ਼ਰ 'ਤੇ ਜਦੋਂ ਜਾਵਾਂਗੇ, ਤਾਂ ਤੁਸੀਂ ਅਬਜ਼ਰਵ ਕਰੋਗੇ गूगल ब्राउज़र तो बेटे जो जाओगे तो आपा भरना आ एंटी रैगिंग, आ देखो बेटे आ रहा दूजे नंबर ते ANTIRAGGING raging.in स्पेस फॉर्म FORM 202220। सो ये मैं क्लिक करूँगी, गो ते जाऊँगी। सो बेटा आ पहला जिहड़ा साइट खुली है https:/antiraging.in, ਇਹਦੇ ਤੇ ਆ ਜਿਹੜਾ ਹੈ ਆ ਰਿਹਾ, ਇਹਦੇ ਤੇ ਹੀ ਆਪਾਂ ਜਾਣਾ। ਇਹਦੇ ਤੇ ਜਾਣ ਤੋਂ ਪਹਿਲਾਂ ਰਜਿਸਟਰ ਫॉर ਅੰਡਰਟੇਕਿੰਗ, ਹਲਫੀਆ ਬਿਆਨ ਦੇ ਲਈ ਰਜਿਸਟਰ ਕਰਨਾ ਹੈ, ਉਹਦੇ ਤੇ ਕਲਿੱਕ ਕਰਾਂਗੇ ਬੇਟੇ। ਇੱਥੇ ਕਲਿੱਕ ਕੀਤਾ। ਹੁਣ ਇਹ ਜਿਹੜਾ ਐਫੀਡੇਵਿਟ ਭਰਨ ਤੋਂ ਪਹਿਲਾਂ ਕੁਛ ਇੱਕ ਚੀਜ਼ਾਂ ਨੂੰ ਅਸੀਂ ਗੋ ਥਰੂ ਕਰਨਾ ਆ ਸਟੂਡੈਂਟ ਨੇ ਬਿਫੋਰ ਫਿਲਿੰਗ ਦਿਸ ਐਂਟੀ ਰੈਗਿੰਗ ਫਾਰਮ, ਕਿ ਜਿਹੜਾ ਉਹ ਤਾਂ ਫਾਰਮ ਦੇ ਵਿੱਚ ਜਿਹੜੇ ਅਸਟੈਰਿਕ ਰੈੱਡ ਕਲਰ ਦਾ ਜਿਹੜਾ ਨਿਸ਼ਾਨ ਆ ਐਂਟੀ ਰੈਗਿੰਗ, ਆਪਾਂ ਪਹਿਲਾਂ ਇਹਨੂੰ ਇਹ ਕਰ ਲਈਏ 3 ਲਾਈਨਾਂ 3 ਡਾਟਸ 'ਤੇ ਜਾ ਕੇ ਇਹਨੂੰ ਡੈਸਕਟਾਪ ਮੋਡ 'ਤੇ ਕਰ ਲਈਏ, ਡੈਸਕਟਾਪ ਸਾਈਟ 'ਤੇ ਕਰ ਲਿਆ। ਸੋ ਇਸ ਤੋਂ ਪਹਿਲਾਂ ਸਟੂਡੈਂਟ ਨੇ ਪਹਿਲਾਂ ਕੇਅਰਫੁਲੀ ਧਿਆਨ 'ਚ ਕੀ ਰੱਖਣਾ ਕਿ ਸਟੈਰਿਕ ਵਾਲੀਆਂ ਸਿਤਾਰੇ ਵਾਲੀਆਂ ਇਹ ਫਾਰਮ ਦੇ ਵਿੱਚ ਜਿਹੜੇ ਜਿੱਥੇ ਜਿੱਥੇ ਸਟੈਰਿਕ ਹੋਏਗਾ ਭਰਨਾ ਬਹੁਤ ਜ਼ਰੂਰੀ ਆ। fields marked with static are compulsory if you don't have an email। ਪਹਿਲਾਂ ਜੇ ਤੁਹਾਡੇ ਕੋਲ ईमेल ID नहीं है बनाई हुई, प्लीज़ क्रिएट दैट अपने लिए भी
और अगर ਤੁਹਾਡੇ को या ਤੁਹਾਡੇ पेरेंट्स को इफ़ योर मदर फादर और गार्डियन को फ़ोन नंबर नहीं है ईमेल नहीं है तो अपने ਤੁਸੀਂ डज नॉट हैव फोन और मोबाइल नंबर और ईमेल तो ਤੁਸੀਂ अपने गुआंढी ਦਾ ਜਾਂ अपने रिश्तेदार ਦਾ यू कैन गिव then please give the number और ईमेल of their friend अपने फ्रेंड्स ਦਾ ਦੇ ਸਕਦੇ ਆ ਦੋਸਤਾਂ ਦਾ ਜਾਂ ਰਿਲੇਸ਼ਨ ਵਿੱਚੋਂ ਜਾਂ ਨੇਬਰਸ ਦਾ ਗੁਆਂਢੀਆਂ ਦਾ ਨੰਬਰ ਦੇ ਸਕਦੇ ਆ ਈਮੇਲ ਦੇ ਸਕਦੇ ਆ ਮੋਬਾਈਲ ਨੰਬਰ ਦੇ ਸਕਦੇ ਆ then if you don't have a mobile number then please give the mobile number of your friend in your college ਜੇ ਤੁਹਾਡੇ ਕਾਲਜ ਵਿੱਚ ਤੁਹਾਡਾ ਕੋਈ ਫਰੈਂਡ ਆ ਉਹਦਾ ਨੰਬਰ ਵੀ ਤੁਸੀਂ ਦੇ ਸਕਦੇ ਹੋ ਜਦੋਂ ਤੁਸੀਂ ਬੇਟਾ ਫਿਲ ਕਰ ਲੈਣਾ ਹੈ ਫਾਰਮ ਸਕਸੈਸਫੁਲੀ ਐਫੀਡੇਵਿਟ ਐਂਟੀ ਰੈਗਿੰਗ ਲਈ ਤਾਂ ਤੁਸੀਂ ਇਹਨੂੰ ਡਾਊਨਲੋਡ ਕਰਨਾ ਆ ਯੂ ਕੈਨ ਡਾਊਨਲੋਡ ਦਾ ਸਟੂਡੈਂਟਸ ਐਂਟੀ ਰੈਗਿੰਗ ਅੰਡਰਟੇਕਿੰਗ ਤਾਂ ਤੁਸੀਂ ਸਟੂਡੈਂਟਸ ਐਂਟੀ ਰੈਗਿੰਗ ਅੰਡਰਟੇਕਿੰਗ ਨੂੰ ਵੀ ਸਟੂਡੈਂਟਸ ਐਂਟੀ ਰੈਗਿੰਗ ਸਟੂਡੈਂਟਸ ਅੰਡਰਟੇਕਿੰਗ ਜਿਹੜੀ ਹੈ ਸਟੂਡੈਂਟਸ ਐਂਟੀ ਰੈਗਿੰਗ ਅੰਡਰਟੇਕਿੰਗ ਨੂੰ ਵੀ ਜਿਹੜਾ ਹੈ और गार्डियन पेरेंट्स एंड द पेरेंट्स एंटी रैगिंग अंडरटेकिंग फ्रॉम द वैबसाइट तो डाउनलोड कर लोगे स्टूडेंट्स की भी तो अपने स्टूडेंट अपने पेरेंट्स की भी अंडरटेकिंग नू डाउनलोड कर लोगे फिर उन्होंने प्रिंट आउट कर लोगे दोनों एंटी रैगिंग स्टूडेंट्स वाली भी तो पेरेंट्स वाली भी अंडरटेकिंग नू प्रिंट आउट कर लोगे और आप भी साइन करोगे साइन दैम योरसेल्फ और स्टूडेंट अपना साइन करोगे उस एक अलग अलग अपनी जी एफीडेविट ते एंटी रैगिंग दे तो अपने पेरेंट्स नू भी कहेंगे रिक्वेस्ट योर पेरेंट्स और अपने पेरेंट्स नू भी कहोगे कि रीड द डिटेल केयरफुली और उहदे ते भी उन्होंने पेरेंट्स वाले एंटी रैगिंग एफीडेविट ते भी साइन करवा लोगे और इनू जमा करवाओगे बच्चे इन्हां दोनों एफीडेविट्स नू दैन प्रेजेंट बोथ at your college at the time of registration or at the submission of at the time of admission so each year हर साल ही भरना जरूरी है हर विद्यार्थी ਲਈ सो बेटा ਹੁਣ ਆਪਾਂ ਅੱਗੇ ਚੱਲੀਏ ਪਹਿਲਾਂ ਤਾਂ बेटा ਆਪਾਂ ਚੂਜ਼ ਕਰਨਾ ਆ एजुकेशनल इंस्टीट्यूशन टाइप यूनिवर्सिटी है स्टैंड अलोन कॉलेज है अफिलीएटेड कॉलेज है साडा गवर्नमेंट कॉलेज हुशियारपुर अफिलीएटेड कॉलेज है और अफिलीएटेड किहदे नाल आ बेटे पंजाब यूनिवर्सिटी चंडीगढ़ नाल ते असीं इस रैड अफिलीएटेड कॉलेज इस अफिलीएटेड कॉलेज ते टिक करांगे इत्ते टिक किता क्लिक किता इट विल ओपन और इहदे ते हुण स्टूडेंट ने अपनी डिटेल भरनी है बेटे फर्स्ट नेम स्टूडेंट्स डिटेल सारे कॉलम जिहड़े आ फील्ड मार्क्ड विद एस्टैरिक स्टार ना मार्क किते हो कंपलसरी है बेटे पहले बेटे फर्स्ट नेम अपना पहला नाम भरोगे फर्स्ट नेम भरोगे है ना स्टूडेंट ने अपनी डिटेल भरनी है बेटे उस तो बाद मिडल नेम अगर है जिद्दां सपोज किसी बच्चे का नाम आ अजीत स्पेस दे के पाल फिर सिंह सो बेटे पहला इत्थे फर्स्ट नेम तो अजीत लिख लेगा सैकेंड मिडल नेम हैगा जे हैगा तो वैल एंड गुड क्योंकि इत्थे स्टैरिक भी नहीं पिया तो मिडल नेम छाड़ सकते हैं मतलब जिन्हों का हैगा वो भरनगे पाल इत्थे बच्चा पालेगा और सर इत्थे जिहड़ा है सर नेम और लास्ट नेम सिंह लिख देगा या जिहड़ा भी कास्ट सब कास्ट है वो लिख दोगे ये क्लियर हो गया बेटे दैन आ जाऊगा जेंडर फिर की आएगा जेंडर मेल आ या फीमेल आ एप्रोप्रीएट टुकमे ते आपां टिक कर दांगे उस तो बाद बेटे नैशनैलिटी आपां ओबवियसली बेटे की भरनी है इंडियन आपां की भरांगे इंडियन ठीक है उस तो बाद बेटे आपां इंडियन भरांगे और फिर उस तो बाद स्टेट जिहड़ी आ सिलेक्ट स्टेट वो तुसी सिलेक्ट करोगे जिद्दां हुण नूं स्क्रॉल कर रहे हो अपना पंजाब जिथे हैगा पंजाब ते टिक कर दोगे ठीक है जी पंजाब उस तो बाद सिटी जिहड़ा बेटा जिहड़ा भी तुहाडा सिटी है जिद्दां सपोज मान लो कि हुशियारपुर है तो तुसी हुशियारपुर भर दोगे उस तो बाद बेटे मैं बैक आ गई
फिर बच्चा अपना मोबाइल नंबर भरेगा। अगर अपना मोबाइल नंबर नहीं है तो कोड थानू पता +91 इंडिया का है, मोबाइल नंबर अपना भरोगे। जे नहीं है पेरेंट्स का भरोगे। प्रैफर करो कि अपना ही मोबाइल नंबर, आलमोस्ट हर बच्चे को है तो मोबाइल नंबर प्रैफर करेगा। दैन उस तो बाद बच्चा ईमेल अपनी फिल करेगा, ईमेल आईडी। ओके बेटे, ईमेल आईडी। फिर गार्डियन दी भी बेटा, पेरेंट्स दी भी तुसी डिटेल भरनी है। पेरेंट्स और गार्डियन नेम, अपने फादर्स दा नेम प्रैफर करो उनके, या मदर या फिर गार्डियन, जो भी दादा दादी या कोई भी थोड़ा रिलेटिव थोड़ा गार्डियन है कस्टडी दे विचों जिन्हां दी, वो भरोगे। उन्हां दा मोबाइल नंबर, पेरेंट्स और गार्डियन फ़ोन नंबर फिल करोगे बेटे। अगर उन्होंने को फ़ोन नंबर नहीं है तो अपना ही मोबाइल नंबर, फ़ोन नंबर फिल करोगे। पेरेंट्स और गार्डियन का एड्रैस, घर का एड्रैस जिहड़ा तुहाडा है वो फिल करोगे बेटे। एड्रैस फिल करन तो बाद तुसी पेरेंट्स और गार्डियन ईमेल अगर नहीं है उन्होंने कोल, अगर है तो फिल कर दोगे, नहीं तो अपनी भरोगे, नहीं तो फिर नेबर्स दी या रिलेशन विच किसी दी या फ्रेंड्स दी किसी दी। पेरेंट्स और गार्डियन दा सिटी, जो थोड़ा सिटी है ओबवियसली उन्हों का वही सिटी होएगा, वो फिल कर दोगे। शहर भर दोगे, जिला शहर भर दोगे जिथे रह रहे हो। पेरेंट्स गार्डियन की स्टेट, ओबवियसली जी भी स्टेट है जनरली पंजाब होएगी तो पंजाब भर दोगे। क्लीयर बेटे। हुण बेटे कॉलेज की डिटेल, स्टेट इन विच कॉलेज इज़ बेस्ड, सिलेक्ट द स्टेट। जिस स्टेट विच, जिस राज दे विच जिस कॉलेज दे विच तुसी पढ़ रहे हो वो किहड़ी स्टेट दे विच मौजूद है, किस राज च मौजूद है, वो सिलेक्ट करनी स्टेट। ओबवियसली वो आपां स्क्रॉल करांगे तो पंजाब ते आवांगे, दिस इज़ पंजाब। हुण उस तो बाद बेटे कॉलेज नेम, सिलेक्ट कॉलेज, जिद्दां कि कॉलेज गवर्नमेंट कॉलेज, असीं इत्थे देखांगे गवर्नमेंट कॉलेज हुशियारपुर, जी ते जावांगे। जिद्दां इत्थे आ गया साडा गवर्नमेंट कॉलेज हुशियारपुर C29425, इत्ते टिक कर देंगे। उस तो बाद बेटे जो ये तुसी भरोगे गवर्नमेंट कॉलेज हुशियारपुर, अपने आप ही आ गया कॉलेज कोड, कॉलेज नेम, यूनिवर्सिटी कोड, यूनिवर्सिटी नेम, जिन्ना अफिलिएशन आ, ठीक है जी। ये सारी आ गई, दोबारा देख लो सारी डिटेल आ गई, ठीक है जी। डायरैक्टर, डायरैक्टर मतलब प्रिंसीपल मैम, इत्थे साडे प्रिंसीपल मैम ने, तो इत्थे असी मिसिस ते जावांगे, जिहड़ा संबोधित करना है मिसिस। एंड दैन डायरैक्टर नेम असी भरांगे मिसिस जोगेश, ठीक है जी बेटे। प्रिंसिपल और डायरेक्टर नेम मिसिस जोगेश आ जाएगा। फिर कॉलेज फ़ोन नंबर बेटे, कॉलेज का फ़ोन नंबर देवांगे, लैंडलाइन नंबर देवांगे। कॉलेज का फ़ोन नंबर थानू जिहड़ा है थोड़े टीचर द्वारा दसता जाऊगा। कॉलेज फ़ोन नंबर, लैंडलाइन नंबर जिहड़ा है, कॉलेज लैंडलाइन नंबर जिहड़ा है वो है 018 82 255 460, 255 018 82 255 460 ये भरोगे बेटा। जब सीधा इत्थे जीरो नहीं भर हो रहा तो तुसी सीधा लैंडलाइन नंबर 255 460 कर दोगे, ठीक है बेटे। नियरेस्ट पुलिस स्टेशन मॉडल टाउन, मॉडल टाउन हुशियारपुर भर दोगे। उस तो बाद बेटा कोर्स जिहड़ा तुसीं अडॉप्ट किया या लै रहे हो, कोर्स डिटेल्स
ਅੰਡਰ ਗ੍ਰੈਜੂਏਟ ਔਰ ਪੋਸਟ ਗ੍ਰੈਜੂਏਟ। ਬੇਟਾ ਅੰਡਰ ਗ੍ਰੈਜੂਏਟ ਉਹ ਬੱਚੇ ਹੋਣਗੇ ਜਿਹੜੇ ਜਾਂ ਤਾਂ ਜਿਹੜਾ ਹੈ ਐਂਟਰੀ ਪੁਆਇੰਟ 'ਤੇ ਆ, ਜਿੱਦਾਂ BA1 BA ਸੈਮ 1 'ਚ ਆ ਰਿਹਾ, BSc ਸੈਮ 1, BSc ਸੈਮ ਦੈਨ BCA ਸੈਮ 1, BSc ਐਗਰੀਕਲਚਰ ਸੈਮ 1, BCA ਸੈਮ 1, ਜਾਂ ਫਿਰ ਸੈਕਿੰਡ ਈਅਰ BSc, ਇਹ ਸਾਰੇ BA BSc BCom ਸੈਕਿੰਡ ਈਅਰ, BCom ਫਸਟ ਈਅਰ, ਥਰਡ ਈਅਰ, ਇਸੇ ਤਰ੍ਹਾਂ ਐਗਰੀਕਲਚਰ ਦੇ ਸੈਕਿੰਡ ਈਅਰ, ਫਸਟ ਈਅਰ, ਸੈਕਿੰਡ ਈਅਰ, ਥਰਡ ਈਅਰ, ਫੋਰਥ ਈਅਰ, ਇੱਦਾਂ BCA ਦਾ ਫਸਟ ਸੈਕਿੰਡ ਥਰਡ ਈਅਰ ਦੇ ਸਟੂਡੈਂਟਸ ਉਹ ਸਾਰੇ ਇਹ ਸਿਲੈਕਟ ਕਰੂਗੇ ਆਪਣਾ ਜਿਹੜਾ ਹੈ ਉਹ ਅੰਡਰ ਗ੍ਰੈਜੂਏਟ ਦੇ ਅੰਡਰ ਆਉਗੇ। ਔਰ ਪੋਸਟ ਗ੍ਰੈਜੂਏਟ ਜਿਹੜੇ MA MSc ਕਰ ਰਹੇ ਆ ਉਹ ਪੋਸਟ ਗ੍ਰੈਜੂਏਟ ਦੇ ਅੰਡਰ ਪਰ ਸਿਲੈਕਟ ਕਰੂਗੇ। ਜਿੱਦਾਂ ਕਿ ਅੰਡਰ ਗ੍ਰੈਜੂਏਟ ਡਿਪਲੋਮਾ ਨਹੀਂ ਡਿਗਰੀ ਆ ਤੁਹਾਡੀ, ਅੰਡਰ ਗ੍ਰੈਜੂਏਟ ਡਿਗਰੀ ਵਾਲੇ ਜਿਹੜੇ ਬੱਚੇ BA BSc BCom BCA ਕਰ ਰਹੇ ਆ ਉਹ ਕੀ ਭਰੂਗੇ, BSc ਐਗਰੀਕਲਚਰ ਕਰ ਰਹੇ ਆ ਉਹ ਭਰੂਗੇ ਅੰਡਰ ਗ੍ਰੈਜੂਏਟ ਡਿਗਰੀ। ਜਿਹੜੇ ਪੋਸਟ ਗ੍ਰੈਜੂਏਟ ਡਿਗਰੀ ਕਰ ਰਹੇ ਆ ਤਾਂ ਉਹ ਪੋਸਟ ਗ੍ਰੈਜੂਏਟ ਡਿਗਰੀ। ਜਿਹੜੇ PGDCA ਵਾਲੇ ਆ ਉਹ ਪੋਸਟ ਗ੍ਰੈਜੂਏਟ ਡਿਪਲੋਮਾ ਭਰੂਗੇ। ਠੀਕ ਆ ਜੀ, ਇੰਨਾ ਕਲੀਅਰ ਆ ਬੇਟੇ। ਉਸ ਤੋਂ ਬਾਅਦ ਨੇਮ ਆਫ ਦਾ ਕੋਰਸ ਤੁਸੀਂ ਨੇਮ ਲਿਖ ਦੋਗੇ। ਜਿੱਦਾਂ BSc ਕਰ ਰਹੇ ਹੋ ਤਾਂ BSc ਹੈ ਨਾ, ਜਿੱਦਾਂ ਫੋਰ ਐਗਜ਼ਾਮਪਲ ਕੋਈ ਬੱਚਾ BSc ਸੈਮ 3 ਦੇ ਵਿੱਚ ਆ ਉਹ BSc, ਜੇ ਮੈਡੀਕਲ ਦਾ ਤਾਂ ਮੈਡੀਕਲ ਲਿਖ ਕੇ ਸੈਮ 3 ਇੱਦਾਂ। ਜੇ BCom ਦਾ ਬੱਚਾ ਕੋਈ ਸੈਮ 1 'ਚ BCom ਸੈਮ 1 ਕਰ ਦੇਗਾ। ਇਸੇ ਤਰ੍ਹਾਂ BCA ਦਾ ਕੋਈ ਬੱਚਾ ਫਿਫਥ ਸੈਮ 'ਚ BCA ਸੈਮ 5 ਕਲੀਅਰ। ਇਸੇ ਤਰ੍ਹਾਂ ਕੋਈ ਬੱਚਾ 7th ਸੈਮ ਦੇ ਵਿੱਚ BSc ਐਗਰੀਕਲਚਰ 7 ਸੈਮ ਲਿਖ ਦੇਗਾ। ਨੰਬਰ ਆਫ ਸਟੂਡੈਂਟ ਇਨ ਯੂਅਰ ਕਲਾਸ ਬੇਟੇ ਜਿਹੜੇ ਤਾਂ BA ਵਾਲੇ ਬੱਚੇ ਆ ਉਹਨਾਂ ਦੇ ਸਾਡੇ ਕਾਲਜ ਦੇ ਵਿੱਚ 80 ਦੀ ਸਟਰੈਂਥ ਹੁੰਦੀ ਹੈ, 80 ਭਰੂਗੇ। ਜਿਹੜੇ BSc ਨਾਨ ਮੈਡੀਕਲ ਵਾਲੇ ਆ ਉਹਨਾਂ ਦੇ ਵੀ 80 ਦੀ ਸਟਰੈਂਥ ਹੁੰਦੀ ਆ। ਜਿਹੜੇ BCA ਆ ਉਹਨਾਂ ਦੇ 40 ਦੀ ਹੁੰਦੀ ਆ ਸਟਰੈਂਥ। ਇਸੇ ਤਰ੍ਹਾਂ ਆਈ ਥਿੰਕ BSc ਐਗਰੀਕਲਚਰ ਦੇ ਵਿੱਚ ਵੀ 40 ਦੀ ਸਟਰੈਂਥ ਹੁੰਦੀ ਹੈ ਔਰ BCom ਦੀ 70। ਸੋ ਉਹ ਫਿਲ ਕਰ ਦੋਗੇ। ਕਰੰਟ ਈਅਰ ਆਫ ਸਟੱਡੀ ਬੇਟਾ 2022 ਹੈ ਅਤੇ 2022 ਕਰੰਟ ਈਅਰ ਓਕੇ। ਕਰੰਟ ਈਅਰ ਬੇਟਾ ਨਾਟ ਈਅਰ, ਮਤਲਬ ਕਿਹੜੇ ਕਲਾਸ ਵਿੱਚ ਪੜ੍ਹ ਰਹੇ ਹੋ ਉਹ ਤੁਸੀਂ ਮੈਂਸ਼ਨ ਕਰ ਦੋਗੇ। ਈਅਰ ਸਾਲ ਦੱਸਣਾ ਆ। ਤਾਂ ਫਸਟ ਈਅਰ ਦੇ ਵਿੱਚ ਆ ਜਿਹੜੇ ਹੁਣ ਐਂਟਰੀ ਕਲਾਸ ਵਾਲੇ BA BSc BCom BA ਵਾਲੇ ਉਹ ਫਸਟ ਈਅਰ 'ਤੇ ਕਲਿੱਕ ਕਰੂਗੇ। ਜਿਹੜੇ ਦੂਜੇ ਸਾਲ 'ਚ ਹੋਏ ਥਰਡ ਸੈਮ 'ਚ ਹੋਏ ਆ ਉਹ ਕੀ ਭਰੂਗੇ, ਸੈਕਿੰਡ ਈਅਰ। ਜਿਹੜੇ ਥਰਡ ਈਅਰ 'ਚ ਹੋਏ ਆ ਉਹ ਥਰਡ, ਜਿੱਦਾਂ BSc ਐਗਰੀਕਲਚਰ 4 ਸਾਲ ਦੀ ਹੁੰਦੀ ਹੈ ਤਾਂ ਉਹ ਫੋਰਥ ਈਅਰ 'ਚ ਮੈਂਸ਼ਨ ਕਰ ਦੋਗੇ। ਕਰੰਟ ਈਅਰ ਆਫ ਸਟੱਡੀ ਇਹ ਹੋ ਗਿਆ ਬੇਟਾ। UGC ਰੈਗੂਲੇਸ਼ਨ ਹੁਣ ਇਹਨਾਂ 'ਤੇ ਟਿਕ ਕਰਨਾ ਬੇਟੇ। ਆ ਬਾਕਸਾਂ ਦੇ ਵਿੱਚ ਟਿਕ ਕਰਨਾ, ਯੈਸ ਕਰਨਾ, ਟਿਕ ਕ੍ਰਾਸ ਨਹੀਂ ਲਗਾਉਣਾ, ਟਿਕ ਕਰਨਾ ਆ। ਜਿੱਦਾਂ ਕਿ ਹੈ ਟਿਕ ਕਰਨਾ ਆ ਕਿ ਆਈ ਕਨਫਰਮ ਦੈਟ ਆਈ ਹੈਵ ਰੈਡ UGC's ਰੈਗੂਲੇਸ਼ਨ, ਕਿ ਮੈਂ ਜਿਹੜੀਆਂ UGC ਦੀਆਂ ਰੈਗੂਲੇਸ਼ਨ ਆ ਔਨ ਰੈਗਿੰਗ, ਕਿ ਰੈਗਿੰਗ ਨੂੰ ਰੋਕਣ ਲਈ ਜੋ ਰੈਗੂਲੇਸ਼ਨਸ ਆ ਉਹ ਮੈਂ ਪੜ੍ਹ ਲਈਆਂ ਆ। ਠੀਕ ਆ ਜੀ। ਫਿਰ ਅੱਗੇ ਕਿ ਇੱਥੇ ਫਿਰ ਟਿਕ ਕਰਨਾ ਆਈ ਕਨਫਰਮ ਦੈਟ ਆਈ ਹੈਵ ਰੈਡ ਦ ਜਜਮੈਂਟ ਆਫ ਦ ਆਨਰੇਬਲ ਸੁਪਰੀਮ ਕੋਰਟ ਟੂ ਪ੍ਰੀਵੈਂਟ ਰੈਗਿੰਗ ਨੂੰ ਪ੍ਰੀਵੈਂਟ ਕਰਨ ਲਈ ਜੋ ਆਨਰੇਬਲ ਸੁਪਰੀਮ ਕੋਰਟ ਜਿਹੜੀਆਂ ਜਜਮੈਂਟ ਹੈ ਉਹਨੂੰ ਮੈਂ ਪੜ੍ਹ ਲਿਆ ਹੈ, ਮੈਂ ਕਨਫਰਮ ਕਰਦਾ ਜਾਂ ਕਰਦੀ ਹਾਂ। ਫਿਰ ਆਈ ਪ੍ਰੋਮਿਸ ਕਿ ਮੈਂ ਕੋਈ ਕਿਸੇ ਵੀ ਰੈਗਿੰਗ 'ਚ ਇੰਡਲਜ ਨਹੀਂ ਹੋਊਂਗੀ, ਸ਼ਾਮਲ ਨਹੀਂ ਹੋਊਂਗੀ ਜਾਂ ਹੋਊਂਗਾ ਕਿਸੇ ਵੀ ਤਰ੍ਹਾਂ ਦਾ ਵਾਇਲੈਂਟ ਬਿਹੇਵੀਅਰ 'ਚ ਵੀ ਨਹੀਂ ਹੋਊਂਗਾ, ਉਹ 'ਤੇ ਟਿਕ ਕਰ ਦੂੰਗੇ। ਫਿਰ ਉਸ ਤੋਂ ਬਾਅਦ ਆਈ ਅੰਡਰਸਟੈਂਡ ਦੈਟ ਇਫ ਆਈ ਐਮ ਅਕਿਊਜ਼ਡ ਆਫ ਰੈਗਿੰਗ, ਜੇ ਮੈਂ ਪਾਇਆ ਗਿਆ ਰੈਗਿੰਗ ਦਾ ਇੱਕ ਪਾਰਟ ਹੋਇਆ ਤਾਂ ਮੇਰੀ ਰਿਸਪੋਂਸੀਬਿਲਿਟੀ ਹੈ ਕਿ ਮੈਂ ਦੈਟ ਆਈ ਪ੍ਰੂਵ ਦੈਟ ਆਈ ਐਮ ਨਾਟ ਗਿਲਟੀ, ਹੈ ਨਾ। ਆਈ ਵਿਲ ਨਾਟ ਰਿਮੇਨ ਐਕਸਪੈਕਟੇਟਡ ਟੂ ਐਕਟ ਆਫ ਰੈਗਿੰਗ ਹੋ ਰਹੀ ਆ ਤਾਂ ਮੈਂ ਰੈਗਿੰਗ ਦਾ ਮੂਕ ਦਰਸ਼ਕ ਨਹੀਂ ਬਣਿਆ ਰਹੂੰਗਾ ਔਰ ਜਾਂ ਰਹੂੰਗੀ। ਆਈ ਵਿਲ ਰਿਪੋਰਟ ਦ ਮੈਟਰ ਇਮੀਡੀਏਟਲੀ, ਮੈਂ ਇਮੀਡੀਏਟਲੀ ਦੱਸੂੰਗਾ ਆਪਣੇ ਪ੍ਰਿੰਸੀਪਲ ਨੂੰ, ਡਾਇਰੈਕਟਰ ਨੂੰ ਜਾਂ ਐਂਟੀ ਰੈਗਿੰਗ ਹੈਲਪਲਾਈਨ 'ਤੇ। ਜਿਹੜੀ ਐਂਟੀ ਰੈਗਿੰਗ ਹੈਲਪਲਾਈਨ ਕੀ ਸੀ 1800180552। ਠੀਕ ਆ ਜੀ। ਜਾਂ ਈਮੇਲ ਕਰੂੰਗੀ ਜਾਂ ਕਰੂੰਗਾ ਟੂ info@antiragging.in 'ਤੇ ਈਮੇਲ ਕਰੂੰਗਾ। ਇੱਥੇ ਟਿਕ ਕਰੂੰਗੇ ਬੇਟੇ। ਫਿਰ ਬੇਟੇ ਉਸ ਤੋਂ ਬਾਅਦ ਇੱਕ ਕੌਨਫੀਡੈਂਸ਼ੀਅਲ ਸਰਵੇ ਹੈ ਜਿਹਨੂੰ ਕਿ ਗੁਪਤ ਰੱਖਿਆ ਜਾਏਗਾ। ਗੁਪਤ ਜਿਹੜਾ ਹੈ ਸਰਵੇਖਣ ਹੈ
कॉन्फिडेंशियल कि प्लीज़ आंसर दीज क्वेश्चन। बच्चा ਜਿਹੜਾ ਹੈ ਆਨਸਰ ਕਰੇਗਾ ਟਰੁਥਫੁਲੀ, ਇਮਾਨਦਾਰੀ ਨਾਲ ਔਰ ਸੱਚਾਈ ਨਾਲ ਦੱਸੇਗਾ, ਟਰੁਥਫੁਲੀ ਐਂਡ ਓਨੈਸਟਲੀ ਕਿ ਕੁਐਸਚਨ ਦਾ ਆਨਸਰ ਕਰੇਗਾ। ਬਿਕੋਜ਼ ਦਿਸ ਸਰਵੇ ਇਜ਼ ਟੋਟਲੀ ਕੌਨਫੀਡੈਂਸ਼ੀਅਲ। ਇਹ ਪੂਰੀ ਤਰ੍ਹਾਂ ਇਹਨੂੰ ਲੁਕੋ ਕੇ ਰੱਖਿਆ ਜਾਏਗਾ ਇਸ ਸਰਵੇਖਣ ਨੂੰ। ਸੋ ਨੋ ਪਾਰਟ ਆਫ ਦਾ ਸਰਵੇ, ਇਸ ਸਰਵੇਖਣ ਦਾ ਕੋਈ ਵੀ ਪਾਰਟ ਜਿਹੜਾ ਆ ਕਿਸੇ ਨੂੰ ਵੀ ਨਹੀਂ ਦਿਖਾਇਆ ਜਾਏਗਾ। ਇਜ਼ ਨਾਟ ਗੋਇੰਗ ਟੂ ਸ਼ੋ ਐਨੀਥਿੰਗ ਟੂ ਯੋਰ ਕਾਲਜ। ਠੀਕ ਆ ਜੀ। So your college will only know that you have participated in this confidential survey. So ਬੇਟੇ ਕਰਨਾ ਕੀ ਆ, were you ever ragged? ਕੀ ਤੁਹਾਡੀ ਕਦੀ ਰੈਗਿੰਗ ਹੋਈ? ਨੋ ਤੇ ਟਿਕ ਕਰੋਗੇ। ਠੀਕ ਆ ਜੀ। ਜੇ ਨੋ ਆ ਤਾਂ did you ever rag anybody? ਕੀ ਤੁਸੀਂ ਕਿਸੇ ਨੂੰ ਰੈਗਿੰਗ ਕੀਤੀ? ਜੇ ਆਮ ਕਰਕੇ ਨਹੀਂ ਕੀਤੀ, ਸਾਡੇ ਕਾਲਜਾਂ 'ਚ ਨਹੀਂ ਇਹ ਚੱਲਦਾ, ਨੋ ਤੇ ਟਿਕ ਕਰੋਗੇ। ਵਟ ਇਜ਼ ਦਾ ਫੋਨ ਨੰਬਰ ਆਫ ਨੈਸ਼ਨਲ ਐਂਟੀ ਰੈਗਿੰਗ ਹੈਲਪਲਾਈਨ ਨੰਬਰ? ਉਹਦਾ ਬੇਟਾ ਤੁਹਾਨੂੰ ਪਤਾ ਆ ਕਿਹੜਾ ਆ? 1800180552। ਠੀਕ ਹੈ ਜੀ। ਫਿਰ ਉਸ ਤੋਂ ਬਾਅਦ ਡਜ਼ ਰੈਗਿੰਗ ਹੈਪਨ ਇਨ ਯੂਰ ਕਾਲਜ? ਆਮ ਕਰਕੇ ਸਾਡੇ ਕਾਲਜ 'ਚ ਨਹੀਂ ਹੁੰਦੀ। ਨੋ, ਮਾਈਲਡ, ਸਵੀਅਰ, ਨਹੀਂ, ਨੋ। ਵਾਰਨਿੰਗ, ਪਲੀਜ਼ ਰੀਚੈਕ ਯੂਰ ਡਿਟੇਲ, ਸਪੈਸ਼ਲੀ ਈਮੇਲ ਐਡਰੈਸ ਐਂਡ ਮੋਬਾਈਲ ਨੰਬਰ। ਸੋ ਬੈਕ ਤੁਸੀਂ ਸਕਰੋਲ ਕਰੋਗੇ, ਤੁਸੀਂ ਚੈੱਕ ਕਰੋਗੇ ਜੋ ਤੁਸੀਂ ਭਰਿਆ ਸਭ ਠੀਕ ਆ। ਜੇ ਤੁਸੀਂ ਰੀਚੈਕ ਕਰ ਲਿਆ, ਇੱਥੇ ਟਿਕ ਕਰ ਦੋਗੇ ਆਈ ਹੈਵ ਰੀਚੈਕਡ ਦ ਫਾਰਮ ਐਂਡ ਕਨਫਰਮ ਦੈਟ ਆਲ ਦ ਡਿਟੇਲਸ ਆਰ ਕਰੈਕਟ। ਫਿਰ ਤੁਸੀਂ ਸਬਮਿਟ ਫਾਰਮ 'ਤੇ ਟਿਕ ਕਰ ਦੋਗੇ ਔਰ ਸਬਮਿਟ ਕਰਨ ਤੋਂ ਬਾਅਦ ਤੁਸੀਂ ਡਾਊਨਲੋਡ ਕਰ ਲਓਗੇ ਦੋਨੋਂ ਜਿਹੜੇ ਹੈ ਹਲਫੀਆ ਬਿਆਨ, ਪੇਰੈਂਟਸ ਦੇ ਵੱਲੋਂ, ਗਾਰਡੀਅਨ ਵੱਲੋਂ ਵੀ ਅਤੇ ਸਟੂਡੈਂਟ ਆਪਣੇ ਵੱਲੋਂ ਵੀ। ਉਹਦਾ ਪ੍ਰਿੰਟ ਆਊਟ ਲੈ ਲਏਗਾ ਔਰ ਉਹਨਾਂ ਨੂੰ ਨਿਕਾਲ ਕੇ ਫਿਰ ਆਪਣੇ ਔਰ ਗਾਰਡੀਅਨ ਦੇ ਸਾਈਨ ਕਰਕੇ ਐਡਮਿਸ਼ਨ ਟਾਈਮ ਹਰ ਕਲਾਸ ਦਾ ਵਿਦਿਆਰਥੀ ਉਹ ਐਡਮਿਸ਼ਨ ਦੇ ਟਾਈਮ 'ਤੇ ਜਮ੍ਹਾਂ ਕਰਾਏਗਾ। ਹੋਪਫੁਲੀ ਸਾਰਿਆਂ ਨੂੰ ਇਹ ਵੀਡੀਓ ਪਸੰਦ ਆਏਗੀ, ਇਨਫੋਰਮੇਟਿਵ ਲੱਗੀ ਹੋਏਗੀ। ਪਲੀਜ਼ ਲਾਈਕ, ਸਬਸਕ੍ਰਾਈਬ ਮਾਈ ਚੈਨਲ। ਥੈਂਕ ਯੂ ਸੋ ਮਚ।